Hello students, today we will discuss the second chapter of class 10th that is acid, bases and salts। ਇਹ ਕੀ ਹੈ ਤੁਸੀਂ ਐਸਿਡ ਬੇਸਿਸ ਬਾਰੇ ਪਹਿਲਾਂ ਪ੍ਰੀਵੀਅਸ ਕਲਾਸਿਸ ਦੇ ਵਿੱਚ ਪੜ੍ਹ ਚੁੱਕੇ ਹੋ। ਇਸ ਚੈਪਟਰ ਦੇ ਵਿੱਚ ਆਪਾਂ ਕੀ ਪੜਾਂਗੇ, ਇਸ ਚੈਪਟਰ ਦੇ ਵਿੱਚ ਆਪਾਂ ਕੈਮੀਕਲ ਪ੍ਰੋਪਰਟੀਜ਼ ਤੇ ਉਹਦੀਆਂ ਰਿਐਕਸ਼ਨਸ ਬਾਰੇ ਪੜਾਂਗੇ। ਪਹਿਲਾਂ ਆਪਾਂ ਜਾਣ ਲੈਂਦੇ ਹਾਂ ਤੁਸੀਂ ਪ੍ਰੀਵੀਅਸ ਕਲਾਸਿਸ ਦੇ ਵਿੱਚ ਐਸਿਡ ਬੇਸਿਸ ਬਾਰੇ ਕੀ ਕੀਤਾ ਸੀ। ਪਹਿਲਾਂ ਆਪਾਂ ਦੇਖ ਲੈਂਦੇ ਹਾਂ ਐਸਿਡਸ ਕੀ ਹੁੰਦੇ ਨੇ। ਐਸਿਡਸ आर श्योर इन टेस्ट। एसिड्स की होंगे ने श्योर इन टेस्ट होंगे, मतलब कि खट्टे होंगे ने टेस्ट दे विच, ठीक है। एसिड्स टर्न्स द ब्लू लिटमस पेपर टू रेड। एसिड्स जिहड़े होंगे ने ब्लू लिटमस पेपर नूं की है रेड दे विच चेंज कर देंगे ने, ठीक है। इहदियां एग्जांपल्स की ने, जिवें कि सल्फ्यूरिक एसिड H2SO4, जिवें कि हाइड्रोक्लोरिक एसिड HCl ते सिट्रिक एसिड। सिट्रिक एसिड की अपनी फ्रूट्स दे विच पाया जाता है। फ्रूट्स किहड़े-किहड़े, जिवें लैमन ते की ऑरेंज। ऑरेंज के विच की सिट्रिक एसिड पाया जाता है, वह भी की खट्टे होंगे टेस्ट के विच, उन्हां दे भी की एसिडिक नेचर होंदा, ठीक है। फिर आप पढ़ते हैं बेसिस। बेसिस की होंगे ने बिटर इन टेस्ट। बेसिस की होंगे कौड़े होंगे टेस्ट के विच। एंड दे टर्न द रेड लिटमस पेपर टू ब्लू। ये की है रेड लिटमस पेपर नूं की ब्लू दे विच चेंज कर देंगे ने, ठीक है। इहदी एग्जांपल्स की ने, जिवें सोडियम हाइड्रोक्साइड, पोटाशियम हाइड्रोक्साइड, कैल्शियम हाइड्रोक्साइड, ठीक है। ਹੁਣ ਆਪਾਂ ਕੀ ਕਰਦੇ ਹਾਂ, ਇਹਦੇ ਇੰਡੀਕੇਟਰਸ ਬਾਰੇ ਪਹਿਲਾਂ ਵੀ ਤੁਸੀਂ ਪੜ੍ਹਿਆ, ਇੰਡੀਕੇਟਰਸ ਬਾਰੇ ਪੜਾਂਗੇ। ਇੰਡੀਕੇਟਰਸ ਆਪਾਂ ਕੀ ਕਰਦੇ, ਇੰਡੀਕੇਟਰਸ ਤੋਂ ਆਪਾਂ ਨੂੰ ਪਤਾ ਚੱਲਦਾ ਕਿਹੜਾ ਸੈਂਪਲ ਕੀ ਐਸਿਡਿਕ ਹੈ, ਕਿਹੜਾ ਕੀ ਹੈ ਬੇਸਿਕ ਹੈ, ਠੀਕ ਹੈ। ਹੁਣ ਆਪਾਂ ਕੀ ਨੈਚੁਰਲ ਇੰਡੀਕੇਟਰਸ ਪੜ੍ਹਦੇ ਹਾਂ। ਨੈਚੁਰਲ ਇੰਡੀਕੇਟਰਸ ਦੇ ਵਿੱਚ ਲਿਟਮਸ ਆ ਜਾਂਦਾ ਤੇ ਟਰਮਰਿਕ ਸੋਲਿਊਸ਼ਨ ਆ ਜਾਂਦੇ, ਠੀਕ ਹੈ। ਲਿਟਮਸ ਪੇਪਰ ਜਿਵੇਂ ਕਿ ਤੁਸੀਂ ਲਿਟਮਸ ਪੇਪਰ ਦੇਖਿਆ ਹੋਊਗਾ, ਇੱਕ ਬਲੂ ਕਲਰ ਦਾ ਲਿਟਮਸ ਪੇਪਰ ਹੁੰਦਾ, ਇੱਕ ਕੀ ਰੈੱਡ ਕਲਰ ਦਾ ਲਿਟਮਸ ਪੇਪਰ ਹੁੰਦਾ। ਜਦੋਂ ਆਪਾਂ ਕੀ ਬਲੂ ਕਲਰ ਦੇ ਲਿਟਮਸ ਪੇਪਰ ਨੂੰ ਕੀ ਐਸਿਡ ਦੇ ਨਾਲ ਰਿਐਕਟ ਕਰਵਾਵਾਂਗੇ ਤਾਂ ਉਹ ਕਿਹਦੇ ਵਿੱਚ ਚੇਂਜ ਹੋ ਜਾਊਗਾ, ਬਲੂ ਲਿਟਮਸ ਪੇਪਰ ਟਰਨਸ ਟੂ ਰੈੱਡ। ਬਲੂ ਲਿਟਮਸ ਪੇਪਰ ਕੀ ਰੈੱਡ ਦੇ ਵਿੱਚ ਚੇਂਜ ਹੋ ਜਾਊਗਾ, ਠੀਕ ਹੈ। ਜਦੋਂ ਆਪਾਂ ਕੀ ਰੈੱਡ ਲਿਟਮਸ ਪੇਪਰ ਨੂੰ ਕੀ ਬੇਸ ਦੇ ਨਾਲ ਟੱਚ ਕਰਵਾਵਾਂਗੇ ਤਾਂ ਉਹ ਕੀ ਬਲੂ ਦੇ ਵਿੱਚ ਟਰਨ ਹੋ ਜਾਊਗਾ, ਠੀਕ ਹੈ। ਬਾਕੀ ਆਪਾਂ ਪੜਾਂਗੇ ਟਰਮਰਿਕ ਸੋਲਿਊਸ਼ਨ। ਜਿਵੇਂ ਕਿ ਇੱਕ ਆਪਾਂ ਹਲਦੀ ਦਾ ਸੋਲਿਊਸ਼ਨ ਦਿੰਦੇ ਹਾਂ, ਇਹ ਆਪਾਂ ਕੀ ਡੇਲੀ ਐਗਜ਼ਾਮਪਲਸ ਦੇ ਵਿੱਚ ਦੇਖਦੇ ਹਾਂ। ਜਿਵੇਂ ਕੱਪੜੇ ਦੇ ਉੱਤੇ ਕੀ ਹਲਦੀ ਲੱਗ ਜਾਂਦੀ ਹੈ, ਜਦੋਂ ਆਪਾਂ ਉਹਨੂੰ ਕੀ ਸੋਪ ਦੇ ਨਾਲ ਕੀ ਰੱਬ ਕਰਦੇ ਹਾਂ ਤੇ ਉਹ ਚੇਂਜ ਹੋ ਜਾਂਦਾ ਰੈੱਡ ਦੇ ਵਿੱਚ, ਠੀਕ ਹੈ। ਸੋਪ ਜਿਹੜਾ ਹੁੰਦਾ ਉਹਦੇ ਵਿੱਚ ਕੀ ਬੇਸ ਹੁੰਦਾ, ਜਿਵੇਂ ਕਿ ਸੋਡੀਅਮ ਹਾਈਡਰੋਕਸਾਈਡ ਹੁੰਦਾ, ਉਹਦੇ ਵਿੱਚ ਜਿਹੜਾ ਕਿ ਉਹਨੂੰ ਟਰਨ ਕਰ ਦਿੰਦਾ ਰੈੱਡ ਦੇ ਵਿੱਚ। ਜਿਵੇਂ ਹੁਣ ਆਪਾਂ ਪੜ੍ਹਦੇ ਹਾਂ, ਟਰਮਰਿਕ ਪੇਪਰ ਟਰਨਸ ਇਨਟੂ ਰੈੱਡ ਵੈਨ ਇਟ ਇਜ਼ ਡਿਪਡ ਇਨਟੂ ਦੀ ਬੇਸਿਕ ਸੋਲਿਊਸ਼ਨ। ਜਦੋਂ ਵੀ ਆਪਾਂ ਕੀ ਟਰਮਰਿਕ ਪੇਪਰ ਨੂੰ ਕੀ ਬੇਸਿਕ ਸੋਲਿਊਸ਼ਨ ਦੇ ਵਿੱਚ ਪਾਵਾਂਗੇ ਤਾਂ ਉਹ ਕੀ ਰੈੱਡ ਦੇ ਵਿੱਚ ਚੇਂਜ ਹੋ ਜਾਂਦਾ ਹੈ, ਠੀਕ ਹੈ। ਅੱਗੇ ਕੀ ਜਦੋਂ ਆਪਾਂ ਕੀ ਟਰਮਰਿਕ ਪੇਪਰ ਨੂੰ ਕੀ ਐਸਿਡ ਸੋਲਿਊਸ਼ਨ ਦੇ ਵਿੱਚ ਪਾਵਾਂਗੇ ਉਦੋਂ ਉਹਦੇ ਵਿੱਚ ਕੀ ਕੋਈ ਚੇਂਜ ਨਹੀਂ ਆਉਂਦੀ, ਠੀਕ ਹੈ। ਉਹ ਰਿਮੇਨਸ ਯੈਲੋ, ਇਟ ਰਿਮੇਨਸ ਯੈਲੋ। ਉਹ ਕੀ ਯੈਲੋ ਦਾ ਕੀ ਯੈਲੋ ਹੀ ਰਹਿ ਜਾਂਦਾ। ਫਿਰ ਆਪਾਂ ਪੜਾਂਗੇ ਸਿੰਥੈਟਿਕ ਇੰਡੀਕੇਟਰਸ। ਸਿੰਥੈਟਿਕ ਇੰਡੀਕੇਟਰਸ ਦੇ ਵਿੱਚ ਕੀ ਆ ਜਾਂਦਾ, ਫਿਨੋਪਥਲੀਨ। ਫਿਨੋਪਥਲੀਨ ਕੀ ਹੈ, ਵੈਨ ਐਡਡ ਟੂ ਅ ਬੇਸਿਕ ਸੋਲਿਊਸ਼ਨ ਫਿਨੋਪਥਲੀਨ ਗਿਵਸ ਦੀ ਪਿੰਕ ਕਲਰ। ਜਦੋਂ ਆਪਾਂ ਕੀ ਫਿਨੋਪਥਲੀਨ ਨੂੰ ਬੇਸਿਕ ਸੋਲਿਊਸ਼ਨ ਦੇ ਵਿੱਚ ਪਾਵਾਂਗੇ ਤੇ ਉਹ ਆਪਾਂ ਨੂੰ ਕੀ ਪਿੰਕ ਕਲਰ ਦਿੰਦਾ। ਵੈਨ ਐਡਡ ਟੂ ਐਸਿਡਿਕ ਸੋਲਿਊਸ਼ਨ, ਜਦੋਂ ਆਪਾਂ ਕੀ ਫਿਨੋਪਥਲੀਨ ਨੂੰ ਕੀ ਐਸਿਡਿਕ ਸੋਲਿਊਸ਼ਨ ਦੇ ਵਿੱਚ ਪਾਵਾਂਗੇ ਇਟ ਰਿਮੇਨਸ ਕਲਰਲੈਸ। ਉਹ ਕੋਈ ਕਲਰ ਨਹੀਂ ਦਿੰਦਾ, ਉਹ ਕੀ ਕਲਰਲੈਸ ਹੀ ਰਹਿੰਦਾ। Olfactory indicator. These substances have different order in acid and bases. ਇਹਦੀ ਕੀ substances ਕੀ ਸਮੈਲ ਡਿਫਰੈਂਟ ਹੁੰਦੀ ਹੈ ਜਦੋਂ ਆਪਾਂ ਐਸਿਡ ਦੇ ਵਿੱਚ ਤੇ ਬੇਸ ਦੇ ਵਿੱਚ ਪਾਵਾਂਗੇ। ਇਹਨਾਂ ਦੀਆਂ ਸਮੈਲਸ ਦੇ ਵਿੱਚ ਕੀ ਡਿਫਰੈਂਸ ਹੁੰਦਾ ਹੈ। ਜਿਵੇਂ ਆਪਾਂ ਕੀ ਵੈਨੀਲਾ ਐਸੈਂਸ ਲੈ ਲੈਂਦੇ ਹਾਂ। ਵੈਨੀਲਾ ਐਸੈਂਸ ਨੂੰ ਜਦੋਂ ਆਪਾਂ ਕੀ ਐਸਿਡ ਸੋਲਿਊਸ਼ਨ ਵੈਨੀਲਾ ਐਸੈਂਸ ਨੂੰ ਕੀ ਐਸਿਡਿਕ ਸੋਲਿਊਸ਼ਨ ਦੇ ਵਿੱਚ ਪਾਵਾਂਗੇ ਉਹਦੀ ਕੀ ਸਮੈਲ ਕੀ ਸਟਰੋਂਗ ਹੋ ਜਾਂਦੀ ਹੈ, ਠੀਕ ਹੈ। ਉਹਦੀ ਸਮੈਲ ਇਨਕਰੀਜ਼ ਹੋ ਜਾਂਦੀ ਹੈ। ਬਟ ਜਦੋਂ ਵੈਨੀਲਾ ਐਸੈਂਸ ਨੂੰ ਆਪਾਂ ਬੇਸ ਦੇ ਵਿੱਚ ਪਾਵਾਂਗੇ ਉਹਦੇ ਵਿੱਚ ਕੀ ਕੋਈ ਸਮੈਲ ਨਹੀਂ ਆਊਗੀ, ਠੀਕ ਹੈ। ਇੱਕ ਹੀ ਕਲੋਵ ਆਇਲ, ਜਿਵੇਂ ਕਿ ਲੌਂਗਾਂ ਦਾ ਤੇਲ ਹੁੰਦਾ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਉਹਨੂੰ ਜਦੋਂ ਆਪਾਂ ਕੀ ਐਸਿਡ ਸੋਲਿਊਸ਼ਨ ਦੇ ਵਿੱਚ ਪਾਵਾਂਗੇ ਉਹਦੀ ਸਮੈਲ ਵੀ ਇਨਕਰੀਜ਼ ਹੋ ਜਾਂਦੀ ਹੈ, ਉਹ ਕੀ ਸਟਰੋਂਗ ਸਮੈਲ ਦੇਣ ਲੱਗ ਜਾਂਦਾ। ਜਦੋਂ ਆਪਾਂ ਉਹਨੂੰ ਬੇਸਿਸ ਦੇ ਵਿੱਚ ਪਾਵਾਂਗੇ ਤੇ ਉਦੋਂ ਕੀ ਉਹਦੀ ਕੋਈ ਸਮੈਲ ਨਹੀਂ ਆਊਗੀ। ਅੱਗੇ ਆਪਾਂ ਪੜਾਂਗੇ ਕੈਮੀਕਲ ਪ੍ਰੋਪਰਟੀਜ਼ ਆਫ ਐਸਿਡ ਐਂਡ ਬੇਸਿਸ। ਆਪਾਂ ਕੀ ਲੈਬ ਦੇ ਵਿੱਚ ਐਸਿਡ ਤੇ ਬੇਸਿਸ ਨੂੰ ਕਿਵੇਂ ਚੈੱਕ ਕਰਾਂਗੇ, ਆਪਾਂ ਨੂੰ ਕਿਵੇਂ ਪਤਾ ਲੱਗੂ ਕੋਈ ਸੈਂਪਲ ਕੀ ਐਸਿਡ ਹੈ ਜਾਂ ਬੇਸ ਹੈ। ਉਹਦੇ ਆਪਾਂ ਕੀ ਅਲੱਗ-ਅਲੱਗ ਟੈਸਟ ਕਰਾਂਗੇ ਇੰਡੀਕੇਟਰਸ ਦੇ ਨਾਲ। ਜਿਵੇਂ ਆਪਾਂ ਰੈੱਡ ਲਿਟਮਸ ਪੇਪਰ ਨਾਲ ਟੈਸਟ ਕਰਾਂਗੇ, ਫਿਰ ਬਲੂ ਨਾਲ ਕਰਾਂਗੇ, ਫਿਨੋਪਥਲੀ ਸੋਲਿਊਸ਼ਨ ਦੇ ਵਿੱਚ ਪਾ ਕੇ ਦੇਖਾਂਗੇ, ਤੇ ਕਿ ਮਿਥਾਈਲ ਔਰੇਂਜ ਸੋਲਿਊਸ਼ਨ ਦੇ ਨਾਲ ਟੈਸਟ ਕਰਾਂਗੇ। ਜਿਵੇਂ ਆਪਾਂ ਕੀ ਕੋਈ ਵੀ ਸੈਂਪਲ ਲਿਆ HCl, ਹੁਣ ਆਪਾਂ ਨੂੰ ਨਹੀਂ ਪਤਾ ਇਹ ਐਸਿਡਿਕ ਹੈ ਕਿ ਬੇਸਿਕ ਹੈ, ਠੀਕ ਹੈ। ਹੁਣ ਆਪਾਂ ਕੀ ਜਦੋਂ ਇਹਨੂੰ ਕੀ ਰੈੱਡ ਲਿਟਮਸ ਸੋਲਿਊਸ਼ਨ ਦੇ ਵਿੱਚ ਪਾਵਾਂਗੇ ਤਾਂ ਇਹਦੇ ਵਿੱਚ ਕੀ ਚੇਂਜਸ ਆਉਣਗੇ,
जिवें आपां कोई भी सैंपल लिया HCl, ठीक है, हुण आपां नूं नहीं पता ये एसिडिक है कि बेसिक है, ठीक है। हुण जदों आपां इहनूं रैड लिटमस पेपर नाल की रिएक्ट करवावांगे तो इहदे विच मान लो कि कोई चेंज नहीं आया, ठीक है। आपां टेस्ट किया, इहदे विच कोई चेंज नहीं आया। जदों आपां की है इहनूं की है सैंपल नूं की ब्लू लिटमस पेपर दे नाल रिएक्ट करवावांगे तो उदों अपने कोले की हो जाऊगा, ये रैड कलर दे विच चेंज हो जाऊगा, ठीक है। जदों आपां की है HCl दे विच जिहड़ा भी कोई अपने कोले सैंपल उहदे विच फिनोक्सिलिन सल्यूशन पावांगे तो इहदे विच भी की है हाले नहीं, नो चेंज, कोई चेंज नहीं आई, ठीक है। जदों आपां की मिथाइल ऑरेंज सल्यूशन की है जदों आपां इहनूं की एसिडिक सल्यूशन दे विच पावांगे तो ये आपां नूं की है ऑरेंज कलर दिंदा है, तो जदों आपां इहनूं की है बेसिक सल्यूशन दे विच पावांगे तो ये आपां नूं की है येलो कलर दिंदा है। हुण मान लैने इत्थे आपां की है इहने आपां नूं दित्ता ऑरेंज कलर, ठीक है, ठीक है। हुण आपां नूं पता लग्गिआ कि जिहड़ा की है जदों HCl, हुण आपां नूं पता है HCl की है एसिडिक इन नेचर है, ठीक है। लैब दे विच आपां नूं नहीं पता, पर इहदी की है टेस्ट आई तो HCl की है ब्लू की है रैड दे विच चेंज हो गया तो इट मीनस कि ये एसिडिक इन नेचर है। फिनोक्सिलिन दे विच आपां नूं पढ़िया पिछे की है जदों की है फिनोक्सिलिन सल्यूशन एसिड दे विच पावांगे उहदे विच की कोई चेंज नहीं आउंदी। मिथाइल ऑरेंज दे विच जदों आपां पावांगे एसिड सल्यूशन दे विच पावांगे तो वो की है ऑरेंज कलर दूगा तो इट मीनस अपना HCl की है ये सारे टेस्ट की है पॉजिटिव है तो HCl की है एसिडिक इन नेचर है। ਹੁਣ ਆਪਾਂ ਕੀ ਇੱਕ ਹੋਰ ਸੈਂਪਲ ਲੈ ਲੈਂਦੇ ਹਾਂ ਜਿਹੜਾ ਕੀ ਹੈ NaOH ਹੁਣ ਆਪਾਂ ਨੂੰ ਪਹਿਲਾਂ ਹੀ ਪਤਾ ਕਿ ਇਹ ਬੇਸਿਕ ਇਨ ਨੇਚਰ ਹੈ ਤੇ ਇਹ ਕੀ ਟੈਸਟ ਦਊਗਾ, ਰੈੱਡ ਨੂੰ ਕੀ ਹੈ ਬਲੂ ਦੇ ਵਿੱਚ ਚੇਂਜ ਕਰ ਦਊਗਾ, ਠੀਕ ਹੈ। ਤੇ ਬਲੂ ਨੂੰ ਕੀ ਹੈ ਇਹਦੇ ਵਿੱਚ ਕੋਈ ਚੇਂਜ ਨਹੀਂ ਆਊਗੀ ਜਦੋਂ ਆਪਾਂ ਬਲੂ ਲਿਟਮਸ ਪੇਪਰ ਨੂੰ ਕੀ ਹੈ ਇਸ ਸੋਲੂਸ਼ਨ ਦੇ ਵਿੱਚ ਪਾਵਾਂਗੇ, ਠੀਕ ਹੈ। ਫਿਨੋਕਸਿਲਿਨ ਦੇ ਵਿੱਚ ਜਦੋਂ ਆਪਾਂ ਕੀ ਹੈ ਫਿਨੋਕਸਿਲਿਨ ਨੂੰ ਪਾਵਾਂਗੇ ਬੇਸਿਕ ਸੋਲੂਸ਼ਨ ਦੇ ਵਿੱਚ ਉਹ ਆਪਾਂ ਨੂੰ ਕੀ ਦਿੰਦਾ ਪਿੰਕ ਕਲਰ ਦਿੰਦਾ ਤੇ ਜਦੋਂ ਆਪਾਂ ਕੀ ਮਿਥਾਈਲ ਔਰੇਂਜ ਸੋਲੂਸ਼ਨ ਨੂੰ ਪਾਵਾਂਗੇ NaOH ਦੇ ਵਿੱਚ ਉਹ ਆਪਾਂ ਨੂੰ ਕੀ येलो कलर ਦਿੰਦਾ, ठीक है। ये सारे टेस्ट की है कि दसते NaOH की है अपना बेसिक इन नेचर है, ठीक है। इतना अपन की पता लगे NaOH की अपना बेस है। नैक्सट आप पढ़ांगे रिएक्शन ऑफ एसिड्स एंड बेसिस विद मैटल। आप एसिड ते बेसिस की है मैटल के नाल रिएक्शन करके देखांगे। रिएक्शन ऑफ एसिड्स विद मैटल जो आप एसिड नूं की मैटल के नाल रिएक्ट करवावांगे तो वह आपां नूं की दूगा सॉल्ट प्लस हाइड्रोजन गैस दूगा, ठीक है। जिवें आप एग्जाम्पल लीती एसिड की लिता HCl लिया तो मैटल की कोई भी जिंक मैटल लेती, ठीक है। जो आप दोनों नूं आपस दे विच रिएक्ट करवावांगे तो आपां नूं की जिंक क्लोराइड दिंदा। जिंक क्लोराइड की सॉल्ट है तो नाल वो आपां नूं की हाइड्रोजन गैस दिंदा, ठीक है। ਜਦੋਂ ਹੁਣ ਆਪਾਂ ਕੀ ਹੈ ਰਿਐਕਸ਼ਨ ਕਰਵਾਵਾਂਗੇ ਬੇਸ ਦੀ ਮੈਟਲ ਦੇ ਨਾਲ ਕਰਵਾਵਾਂਗੇ ਤਾਂ ਉਦੋਂ ਆਪਾਂ ਨੂੰ ਕੀ ਹੈ ਉਹੀ ਸਾਲਟ ਮਿਲੂਗਾ ਤੇ ਕੀ ਹੈ ਹਾਈਡਰੋਜਨ ਗੈਸ ਮਿਲੂਗੀ। ਆਪਾਂ ਬੇਸ ਜਿਵੇਂ ਐਗਜ਼ਾਮਪਲ ਲੈਣਾ ਬੇਸ ਲਿੱਤਾ ਆਪਾਂ NaOH ਸੋਡੀਅਮ ਹਾਈਡਰੋਕਸਾਈਡ, ਉਹਨੂੰ ਕੀ ਹੈ ਜ਼ਿੰਕ ਮੈਟਲ ਦੇ ਨਾਲ ਰਿਐਕਟ ਕਰਵਾਵਾਂਗੇ ਤਾਂ ਉਹ ਆਪਾਂ ਨੂੰ ਕੀ ਹੈ ਸੋਡੀਅਮ ਜ਼ਿੰਕੇਟ ਦੇਊਗਾ। ਇਹ ਵੀ ਕੀ ਹੈ ਸਾਲਟ ਹੈ ਨਾਲ ਉਹ ਆਪਾਂ ਨੂੰ ਕੀ ਹੈ ਹਾਈਡਰੋਜਨ ਗੈਸ ਦੇਊਗਾ, ਠੀਕ ਹੈ। ਹੁਣ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਇਹਦੇ ਵਿੱਚੋਂ ਕੀ ਹੈ ਹਾਈਡਰੋਜਨ ਗੈਸ ਨਿਕਲੀ ਹੈ, ਉਹਦੇ ਲਈ ਆਪਾਂ ਕੀ ਟੈਸਟ ਕਰਾਂਗੇ। ਨੈਕਸਟ ਆਪਾਂ ਕਰਾਂਗੇ ਟੈਸਟ ਆਫ ਹਾਈਡਰੋਜਨ ਗੈਸ। ਆਪਾਂ ਨੇ ਕੀ ਇੱਕ ਟੈਸਟ ਟਿਊਬ ਲਿੱਤੀ, ਟੈਸਟ ਟਿਊਬ ਦੇ ਵਿੱਚ ਕੀ ਹੈ HCl ਸੋਲਿਊਸ਼ਨ ਆ, ਉਹਦੇ ਵਿੱਚ ਆਪਾਂ ਕੀ ਹੈ ਜ਼ਿੰਕ ਮੈਟਲ ਪਾਤੇ, ਜ਼ਿੰਕ ਗ੍ਰੈਨੂਲਸ ਪਾਏ ਤਾਂ ਉਹਨੇ ਕੀ ਆਪਾਂ ਨੂੰ ਕੀ ਹੈ ਹਾਈਡਰੋਜਨ ਗੈਸ ਦਿੱਤੀ। ਹਾਈਡਰੋਜਨ ਗੈਸ ਕੀ ਹੈ ਇਸ ਪਾਈਪ ਦੇ ਥਰੂ ਜਦੋਂ ਕੀ ਹੈ ਇੱਕ ਸੋਲਿਊਸ਼ਨ ਕੀ ਹੈ ਆਪਾਂ ਸੋਪ ਸੋਲਿਊਸ਼ਨ ਲਿੱਤਾ, ਜਦੋਂ ਸੋਪ ਸੋਲਿਊਸ਼ਨ ਦੇ ਵਿੱਚ ਜਾਊਗੀ ਤਾਂ ਉੱਥੇ ਆਪਾਂ ਨੂੰ ਕੀ ਬਬਲ ਫਾਰਮਸ ਦੇ ਵਿੱਚ ਮਿਲੂਗੀ, ਠੀਕ ਹੈ। ਜਦੋਂ ਬਬਲਸ ਫਾਰਮਸ ਨੂੰ ਆਪਾਂ ਕੀ ਕੈਂਡਲ ਬਬਲ ਫਾਰਮਸ ਦੇ ਕੀ ਨੇੜੇ ਲੈ ਕੇ ਜਾਵਾਂਗੇ ਤੇ ਬਬਲਸ ਕੀ ਬਰਸਟ ਆਊਟ ਹੋ ਜਾਣਗੇ, ਬਬਲਸ ਕੀ ਫਟ ਜਾਣਗੇ। ਉੱਥੋਂ ਆਪਾਂ ਨੂੰ ਕੀ ਪਤਾ ਲੱਗੂਗਾ ਇਹਦੇ ਵਿੱਚ ਕੀ ਹੈ ਹਾਈਡਰੋਜਨ ਗੈਸ ਆ। ਹਾਈਡਰੋਜਨ ਗੈਸ ਹਮੇਸ਼ਾ ਕੀ ਹੈ ਪੌਪ ਸਾਊਂਡ ਦਿੰਦੀ ਹੈ, ठीक है। ਉੱਥੋਂ ਆਪਾਂ ਨੂੰ ਪਤਾ ਲੱਗਿਆ ਇਹਦੇ ਵਿੱਚ ਕੀ ਹੈ ਹਾਈਡਰੋਜਨ ਗੈਸ ਨਿਕਲ ਰਹੀ ਹੈ। ਤੇ ਅੱਗੇ ਆਪਾਂ ਦੇਖਾਂਗੇ ਰਿਐਕਸ਼ਨ ਆਫ ਐਸਿਡਸ ਐਂਡ ਬੇਸਿਸ ਵਿਦ ਮੈਟਲ ਕਾਰਬੋਨੇਟ ਐਂਡ ਦੀ ਮੈਟਲ ਹਾਈਡਰੋਜਨ ਕਾਰਬੋਨੇਟ। ਮੈਟਲ ਹਾਈਡਰੋਜਨ ਕਾਰਬੋਨੇਟ ਨੂੰ ਆਪਾਂ ਕੀ ਮੈਟਲ ਬਾਈਕਾਰਬੋਨੇਟ ਵੀ ਕਹਿੰਦੇ ਹਾਂ, ਠੀਕ ਹੈ। ਐਸਿਡ ਨੂੰ ਜਦੋਂ ਆਪਾਂ ਕੀ ਮੈਟਲ ਕਾਰਬੋਨੇਟਸ ਦੇ ਨਾਲ ਰਿਐਕਟ ਕਰਵਾਇਆ ਤਾਂ ਉਹਨੇ ਆਪਾਂ ਨੂੰ ਕੀ ਦਿੱਤਾ ਸੌਲਟ, ਵਾਟਰ प्लस की है कार्बन डाइऑक्साइड गैस दी। मैं एग्जाम्पल ली आप एसिड की लिया HCl, हाइड्रोजन क्लोराइड लिता नाल आपां नूं की है सोडियम कार्बोनेट आपां की मैटल कार्बोनेट लिती ते उन्हें आपां नूं की सोडियम क्लोराइड दिता जिहड़ा की सॉल्ट है, नाल उन्हें आपां नूं की वाटर दिता ते की कार्बन डाइऑक्साइड दिती। हुण अगली आपां रिएक्शन देख लैंदे हां। एसिड नूं की मैटल हाइड्रोजन कार्बोनेट नाल जदों रिएक्ट करवाया HCl नूं की है आपां की सोडियम बाइकार्बोनेट नाल रिएक्ट करवाया तो उन्हें आपां नूं की दिता सोडियम क्लोराइड की है सॉल्ट दिता प्लस की वाटर दिता ते की कार्बन डाइऑक्साइड दिता, ठीक है।
ਹੁਣ ਆਪਾਂ ਦੇਖ ਲੈਂਦੇ ਹਾਂ ਬੇਸ ਨੂੰ, ਜਦੋਂ ਆਪਾਂ ਕੀ ਹੈ ਬੇਸ ਡੂ ਨਾਟ ਰਿਐਕਟ ਵਿਦ ਮੈਟਲ ਕਾਰਬੋਨੇਟ ਐਂਡ ਦੀ ਮੈਟਲ ਹਾਈਡਰੋਜਨ ਕਾਰਬੋਨੇਟ। ਬੇਸ ਕੀ ਹੈ ਇਹ ਮੈਟਲ ਕਾਰਬੋਨੇਟ ਤੇ ਮੈਟਲ ਬਾਈਕਾਰਬੋਨੇਟ ਨਾਲ ਰਿਐਕਟ ਨਹੀਂ ਕਰਦਾ, ਸਿਰਫ ਕੀ ਹੈ ਐਸਿਡ ਰਿਐਕਟ ਕਰਦਾ ਇਹਨਾਂ ਦੋਨਾਂ ਨਾਲ। ਐਸਿਡ ਨੂੰ ਆਪਾਂ ਦੇਖਿਆ ਜਦੋਂ ਆਪਾਂ ਰਿਐਕਟ ਕਰਵਾਵਾਂਗੇ ਤੇ ਆਪਣੇ ਕੋਲ ਕੀ ਹੈ ਕਾਰਬਨ ਡਾਈਆਕਸਾਈਡ ਗੈਸ ਨਿਕਲਦੀ ਹੈ। ਹੁਣ ਆਪਾਂ ਨੂੰ ਕਿੱਦਾਂ ਪਤਾ ਲੱਗੂਗਾ ਕਿ ਇਹਦੇ ਵਿੱਚੋਂ ਕੀ ਹੈ ਕਾਰਬਨ ਡਾਈਆਕਸਾਈਡ ਗੈਸ ਨਿਕਲੀ, ਉਹਦੇ ਲਈ ਆਪਾਂ ਟੈਸਟ ਕਰਾਂਗੇ। ਉਹਦੇ ਲਈ ਆਪਾਂ ਟੈਸਟ ਕੀਤਾ ਟੈਸਟ ਆਫ ਕਾਰਬਨ ਡਾਈਆਕਸਾਈਡ। ਇਹਦੇ ਵਿੱਚ ਵੀ ਆਪਾਂ ਕੀ ਟੈਸਟ ਟਿਊਬ ਲਿੱਤੀ, ਟੈਸਟ ਟਿਊਬ ਦੇ ਵਿੱਚ ਕੀ ਹੈ HCl ਸੋਲਿਊਸ਼ਨ ਹੈ ਜਿਹੜਾ ਕਿ ਐਸਿਡਿਕ ਆ। ਉਹਦੇ ਵਿੱਚ ਆਪਾਂ ਕੀ ਸੋਡੀਅਮ ਕਾਰਬੋਨੇਟ ਪਾਈ ਤਾਂ ਉਹਦੇ ਵਿੱਚੋਂ ਕੀ ਆਪਾਂ ਨੂੰ ਕਾਰਬਨ ਡਾਈਆਕਸਾਈਡ ਗੈਸ ਕੀ ਇਵੋਲਵ ਹੋਈ। ਉਹ ਕੀ ਹੈ ਡਿਲੀਵਰੀ ਟਿਊਬ ਦੇ ਵਿੱਚੋਂ ਦੀ ਹੋ ਕੇ ਇੱਕ ਦੂਜੀ ਟੈਸਟ ਟਿਊਬ ਦੇ ਵਿੱਚ ਜਾਂਦੀ ਹੈ, ਜਿਹਦੇ ਵਿੱਚ ਆਪਾਂ ਕੀ ਸੋਲਿਊਸ਼ਨ ਲਿੱਤਾ ਕੈਲਸ਼ੀਅਮ ਹਾਈਡਰੋਕਸਾਈਡ ਸੋਲਿਊਸ਼ਨ ਲਿੱਤਾ। ਠੀਕ ਹੈ, ਜਦੋਂ ਇਹ ਕੈਲਸ਼ੀਅਮ ਹਾਈਡਰੋਕਸਾਈਡ ਸੋਲਿਊਸ਼ਨ ਦੇ ਵਿੱਚ ਕਾਰਬਨ ਡਾਈਆਕਸਾਈਡ ਜਾਊਗੀ ਤਾਂ ਉਦੋਂ ਆਪਾਂ ਨੂੰ ਕੀ ਹੈ ਵਾਈਟ ਪ੍ਰੈਸੀਪੀਟੇਟ ਮਿਲਣਗੇ, ਜਾਂ ਕੀ ਹੈ ਜਿਹੜਾ ਸੋਲਿਊਸ਼ਨ ਹੈ ਇਸ ਸੈਕਿੰਡ ਟੈਸਟ ਟਿਊਬ ਦੇ ਵਿੱਚ ਉਹ ਕੀ ਹੈ ਮਿਲਕੀ ਸੋਲਿਊਸ਼ਨ ਹੋ ਜਾਊਗਾ। ਠੀਕ ਹੈ, ਜਦੋਂ ਆਪਾਂ ਕੀ ਇਸ ਦੇ ਵਿੱਚੋਂ ਕੀ ਜ਼ਿਆਦਾ ਅਮਾਊਂਟ ਜ਼ਿਆਦਾ ਐਕਸੈਸ ਅਮਾਊਂਟ ਦੇ ਵਿੱਚ ਕਾਰਬਨ ਡਾਈਆਕਸਾਈਡ ਇਹਦੇ ਵਿੱਚੋਂ ਪਾਸ ਕਰਵਾਵਾਂਗੇ ਤਾਂ ਆਪਣਾ ਕੀ ਹੈ ਜਿਹੜਾ ਆਪਾਂ ਨੂੰ ਕੀ ਮਿਲੂਗਾ ਕੈਲਸ਼ੀਅਮ ਹਾਈਡਰੋਕਾਰਬੋਨੇਟ ਮਿਲੂਗਾ। ਠੀਕ ਹੈ, ਉਹ ਕੀ ਹੋਊਗਾ ਉਹ ਕੀ ਹੈ ਕਲਰਲੈਸ ਹੋ ਜਾਊਗਾ, ਕਿਉਂਕਿ ਜਿੰਨੇ ਵੀ ਪ੍ਰੈਸੀਪੀਟੇਟ ਬਣੇ ਸੀਗੇ ਇਹਦੇ ਵਿੱਚ ਉਹ ਸਾਰੇ ਕੀ ਹੈ ਡਿਜ਼ੋਲਵ ਹੋ ਜਾਣਗੇ ਤੇ ਉਹ ਸੋਲਿਊਸ਼ਨ ਕੀ ਹੈ ਦੁਬਾਰਾ ਕਲਰਲੈਸ ਸੋਲਿਊਸ਼ਨ ਹੋ ਜਾਊਗਾ। ਠੀਕ ਹੈ, ਇੱਥੋਂ ਆਪਾਂ ਨੂੰ ਪਤਾ ਚੱਲ ਜਾਊਗਾ ਇਹਦੇ ਵਿੱਚੋਂ ਕੀ ਹੈ ਕਾਰਬਨ ਡਾਈਆਕਸਾਈਡ ਗੈਸ ਨਿਕਲੀ ਹੈ, ਜਦੋਂ ਕਿ ਆਪਣਾ ਸੋਲਿਊਸ਼ਨ ਕੀ ਹੈ ਮਿਲਕੀ ਬਣ ਜਾਊਗਾ। ਠੀਕ ਹੈ, ਹਮੇਸ਼ਾ ਕੀ ਨੈਕਸਟ ਆਪਾਂ ਕਰਾਂਗੇ ਰਿਐਕਸ਼ਨ ਆਫ ਐਸਿਡਸ ਐਂਡ ਬੇਸਿਸ ਵਿਦ ਈਚ ਅਦਰ। ਰਿਐਕਸ਼ਨ ਕੀ ਹੈ ਐਸਿਡ ਤੇ ਬੇਸਿਸ ਜਦੋਂ ਆਪਸ ਦੇ ਵਿੱਚ ਰਿਐਕਟ ਕਰਦੇ ਆ ਉਦੋਂ ਆਪਾਂ ਨੂੰ ਕੀ ਮਿਲਦਾ ਬੇਸ ਤੇ ਐਸਿਡ ਜਦੋਂ ਆਪਸ ਦੇ ਵਿੱਚ ਰਿਐਕਟ ਕਰਦੇ ਆ ਆਪਾਂ ਨੂੰ ਕੀ ਮਿਲਦਾ ਸਾਲਟ प्लस की वाटर मिलता है। जिमें आप बेस की लिता सोडियम हाइड्रोक्साइड तो एसिड की लिता HCl हाइड्रोक्लोराइड लिता, इन्हें अपन की सॉल्ट दिता कि सोडियम क्लोराइड अपन की सॉल्ट दिता प्लस इन्हें की वाटर दिता। इस रिएक्शन नूं जितों भी आप एसिड ते बेस आपस के विच रिएक्ट करते उस रिएक्शन नूं आपां की कहने हैं न्यूट्रलाइजेशन रिएक्शन कहने हैं। ठीक है, न्यूट्रलाइजेशन रिएक्शन की है when acid and base are react with each other to give salt। आप कहेंगे न्यूट्रलाइजेशन रिएक्शन कहेंगे सॉल्ट एंड वाटर। आप कहेंगे न्यूट्रलाइजेशन रिएक्शन कहेंगे। नैक्सट की है रिएक्शन ऑफ मैटैलिक ऑक्साइड विद एसिड। आप मैटैलिक ऑक्साइड नूं एसिड नाल की करना रिएक्ट करना। मैटैलिक ऑक्साइड प्लस एसिड जो आपस के रिएक्ट करते हैं। नैक्सट आप करेंगे रिएक्शन ऑफ मैटैलिक ऑक्साइड विद एसिड। जो भी की मैटैलिक ऑक्साइड एसिड के नाल रिएक्ट करते हो आपां नूं की दिंदे सॉल्ट प्लस की वाटर दिंदे है ना। आप जिमें मैटैलिक ऑक्साइड की लिया कॉपर ऑक्साइड लिया। ठीक है, इनू क्या आप HCl के नाल रिएक्ट करवावांगे तो आपां नूं की दिंदा कॉपर क्लोराइड दिंदा है जिहड़ा कि सॉल्ट है, नाल इन्हें आपां नूं की वाटर दी। आप न्यूट्रलाइजेशन रिएक्शन दे विच देखिया जो आप एसिड ते बेस नूं आपस दे विच रिएक्ट करवाने तो वो भी आपां नूं की दिंदे सी सॉल्ट प्लस वाटर दिंदे सी। ठीक है, हुण इत्थे की एसिड तां अपने कोल हैगा ही हैगा, इट मीनस आ की है इहदे विच की है कुछ बेसिक प्रॉपर्टीज़ होनी है तां इन्हें आपां नूं की सॉल्ट प्लस वाटर दिता। तो इत्थों आपां नूं की पता लग जूगा ये की है कॉपर की है बेसिक इन नेचर है, इसलिए आप कहेंगे मैटैलिक ऑक्साइड्स आर बेसिक इन नेचर। ठीक है, नेक्स्ट नॉन मैटैलिक ऑक्साइड विद बेसिस। नॉन मैटैलिक ऑक्साइड की जो बेस नाल रिएक्ट करते हैं ये भी आपां नूं की दिंदे आ सॉल्ट प्लस की है वाटर दिंदे हैं। ठीक है, मैटैलिक ऑक्साइड की आपां नूं पता है कार्बन की है नॉन मैटल हुंदा, जो ऑक्सीजन नाल रिएक्ट करूगा तो कार्बन डाइऑक्साइड मिल जूगी, उन्होंने आपां की कहांगे नॉन मैटैलिक ऑक्साइड कहांगे। ठीक है, आप बेस लिता कैल्शियम हाइड्रोक्साइड, जो दोनों आपस के विच रिएक्ट करवावांगे तो आपां नूं कैल्शियम कार्बोनेट ते वाटर मिलूगा। कैल्शियम कार्बोनेट भी की है सॉल्ट है। ठीक है, हुण आपां नूं पता है आप न्यूट्रलाइजेशन रिएक्शन दे विच जदों कि एसिड नूं बेस नाल रिएक्ट करदी सी उदों भी आपां नूं की सॉल्ट प्लस वाटर मिलदा सी। हुण आपां इत्थे बेस तां अपने कोले सीगा ही, इट मीनस कि नॉन मैटैलिक दे कोले की हैगा कि होणगे एसिडिक प्रॉपर्टीज़ होनी है। ठीक है, इसलिए आपां इहनूं की कहांगे, इसलिए नॉन मैटैलिक ऑक्साइड्स आर बेसिक इन नेचर, सॉरी नॉन मैटैलिक ऑक्साइड्स आर एसिडिक इन नेचर।
क्योंकि ये की है एसिडिक प्रॉपर्टीज़ होनी है तो नॉन मैटेलिक ऑक्साइड्स की हो जाएंगी एसिडिक इन नेचर होगी। ठीक है, नैक्सट आप करेंगे वाई डू ऑल एसिड्स एंड बेसिस हैव वट डू ऑल एसिड्स एंड बेसिस हैव इन कॉमन। एसिड्स एंड बेसिस दे विच की कॉमन है। ठीक है, ऑल एसिड्स दे विच की कॉमन हुंदा ते ऑल बेसिस दे विच की कॉमन है। ठीक है, ऑल एसिड्स हैव H प्लस आयन, जिन्ने भी एसिड्स ने उन्हां दे विच की है H प्लस आयन की है कॉमन हुंदा है एंड दीज H प्लस आयन रिस्पोंसिबल फॉर देयर एसिडिक प्रॉपर्टी। ते ये H प्लस आयन है जिहड़ा कि किहदे लई रिस्पोंसिबल है, इहदी की एसिडिक प्रॉपर्टीज़ दे लई की है H प्लस आयन रिस्पोंसिबल है। ठीक है, नेक्स्ट की ऑल बेसिस हैव OH minus ion and these OH minus ions are responsible for their basic in nature। ਇਹਦੇ ਵਿੱਚ ਕੀ ਹੋਗਾ ਬੇਸਿਸ ਦੇ ਵਿੱਚ ਹਮੇਸ਼ਾ ਕੀ OH minus ions ਕਾਮਨ ਹੋਣਗੇ, OH minus ions ਹੋਣਗੇ ਤੇ ਇਹ OH minus ions ਕਿਹਦੇ ਲਈ ਰਿਸਪੌਂਸਿਬਲ ਹੋਣਗੇ, ਇਹਦੀ ਬੇਸਿਕ ਪ੍ਰੋਪਰਟੀਜ਼ ਦੇ ਲਈ ਰਿਸਪੌਂਸਿਬਲ ਹੋਣਗੇ। ਠੀਕ ਹੈ, ਨੈਕਸਟ ਆਪਾਂ ਕਰਾਂਗੇ what happens to an acid or a base in water solution। वाटर सोल्यूशन दे विच जदों आपां की एसिड ते बेस नूं कि वाटर सोल्यूशन दे विच पावांगे तां उदों की आपां नूं मिलूगा, की होऊगा वो आपां देखांगे। इहदे विच जिवें हुण आपां की एसिड लिता HCl की एसिड है, जदों इहनूं आपां की वाटर दे विच पावांगे ते आपां नूं की मिलूगा हाइड्रोनियम आयन प्लस की है क्लोराइड आयन मिलूगा। ठीक है, ये की है हाइड्रोजन आयन कैनॉट एग्जिस्ट अलोन। हाइड्रोजन आयन की है कभी भी कल्ला एग्जिस्ट नहीं करता बट दे एग्जिस्ट आफ्टर कंबाइनिंग विद वाटर मॉलिक्यूल्स एंड दस हाइड्रोजन आयन मस्ट ऑलवेज बी शोन एज H प्लस आयन। जो कि वाटर के नाल रिएक्ट करूगा अपन की हाइड्रोनियम आयन दूगा। हुण इहदे विच की अपन पता है H की है प्लस हुंदा ते Cl की है माइनस हुंदा। ठीक है, जदों की है H प्लस आयन की वाटर के नाल रिएक्ट करूगा हाइड्रोनियम आयन दे दूगा ते क्लोराइड नूं की अलग कर दूगा। इहदे विच यही दस्सिया होया कि हाइड्रोजन आयन कैनॉट एग्जिस्ट अलोन। हाइड्रोजन आयन की है कल्ला एग्जिस्ट नहीं करता, फटाफट की वाटर के नाल रिएक्ट करके आपां नूं की दे दूगा हाइड्रोनियम आयन दे दूगा। नैक्सट आप देखेंगे जो सोडियम हाइड्रोक्साइड कोई भी बेस में जो आप वाटर नाल रिएक्ट करते हैं तो की होंगे, आप बेस लिता सोडियम हाइड्रोक्साइड जो आप वाटर नाल रिएक्ट करवावांगे तो की आइंस के टुट जूगा, सोडियम प्लस ते OH माइनस टुट जूगा। ठीक है, तो आइंस आप होर एग्जाम्पल लीती जिमें पोटाशियम हाइड्रोक्साइड लिता, इनू भी आप वाटर के करांगे तो यह भी आइंस के टुट जूगा। ठीक है, मैगनीशियम हाइड्रोक्साइड में जो आप वाटर ये सारे की बेस ने जो इनू आप वाटर के नाल रिएक्ट करवावांगे तो ये आइंस के टुट जाते हैं। ठीक है, जिमें बेसिस ऑलवेज जनरेट हाइड्रोक्साइड आयन इन वाटर। हम आप इत्थे सारिਆਂ ਦੇ ਵਿੱਚ देखा जो आप बेसिस ਨੂੰ कि वाटर के नाल रिएक्ट करवाने वो आपको की देंगे OH माइनस आयन देंगे। ठीक है, बेसिस हमेशा की है हाइड्रोक्साइड आयन आपको की है जनरेट आपको के देंगे। ठीक है, बेसिस विच आर सोल्यूबल इन वाटर आर कॉल्ड दी एल्कली। बेसिस विच आर सोल्यूबल इन वाटर आर कॉल्ड दी एल्कलीज। जो कि बेस की है वाटर के सोल्यूबल मतलब घुल जूगा उन्होंने आप कहने एल्कली सोल्यूशन कहने। ठीक है, आप न्यूट्रलाइजेशन रिएक्शन नैक्सट आप न्यूट्रलाइजेशन रिएक्शन देखा जिमें एसिड आपू कि H प्लस दिंदा ते बेस आपू कि OH माइनस दिंदा ते किवें टुट के सॉल्ट ते की वाटर बनाते हैं। जिमें हम आप एसिड की HCl लिता है ना, आपू पता है HCl की होंगे H प्लस ते Cl माइनस N प्लस ते की है OH माइनस होंगे। ठीक है, ये की है ये जोड़े होंगे एसिड आपू हमेशा की H प्लस दिंदा तां करके क्लोराइड की है सोडियम के नाल रिएक्ट होकर की है सॉल्ट बना लूगा NaCl ते H प्लस एसिड ने आपू की दिता H प्लस दिता ते बेस ने आपू की दिता OH माइनस दिता। ये दोनों आपस के रिएक्ट करके आपू की कर देंगे कि बना देंगे सॉरी OH माइनस दोनों आपस के रिएक्ट करके आपू की दे देंगे वाटर दे देंगे। ठीक है, एंड न्यूट्रलाइजेशन रिएक्शन की एवें होंगी है जो एसिड ते बेस आपस के रिएक्ट करते हैं तो एसिड आपू H प्लस दे दिंदा ते बेस आपू OH माइनस दिंदे, दोनों आपस के रिएक्ट करके की वाटर बना लेंगे ने ते Cl माइनस ते Na प्लस दोनों आपस के रिएक्ट करके आपू की सॉल्ट देंगे। ठीक है, नैक्सट आप इंपॉर्टेंट पॉइंट की गल करांगे। Important point की है the process of dissolving an acid or a base in a water is highly exothermic reaction।
Care must be taken while mixing the concentrated acid with water. The acid must always be added slowly to water with constant stirring. ਇਹਦੇ ਵਿੱਚ ਆਪਾਂ ਨੂੰ ਕੀ ਕਹੇਗਾ, ਜਦੋਂ ਵੀ ਆਪਾਂ ਕੀ ਹੈ ਐਸਿਡ ਜਾਂ ਬੇਸ ਨੂੰ ਕੀ ਹੈ ਡਿਜ਼ੋਲਵ ਕਰਦੇ ਹਾਂ ਵਾਟਰ ਦੇ ਵਿੱਚ, ਉਹ ਕੀ ਹੈ ਹਾਈਲੀ ਐਗਜ਼ੋਥਰਮਿਕ ਰਿਐਕਸ਼ਨ ਹੁੰਦੀ ਹੈ, ਉਹਦੇ ਵਿੱਚ ਕੀ ਹੈ ਬਹੁਤ ਜ਼ਿਆਦਾ ਹੀਟ ਕੀ ਰਿਲੀਜ਼ ਹੁੰਦੀ ਹੈ। ਇਸ ਲਈ ਆਪਾਂ ਨੂੰ ਕੀ ਹੈ, ਆਪਾਂ ਨੂੰ ਬਹੁਤ ਪ੍ਰੋਟੈਕਸ਼ਨ ਦੇ ਨਾਲ, ਬਹੁਤ ਕੇਅਰ ਦੇ ਨਾਲ ਚੱਲਣਾ ਪੈਂਦਾ। ਜਦੋਂ ਆਪਾਂ ਕੀ ਕੰਸਨਟ੍ਰੇਟਡ ਐਸਿਡ ਨੂੰ ਕੀ ਆਪਾਂ ਵਾਟਰ ਦੇ ਵਿੱਚ ਮਿਕਸ ਕਰਦੇ ਹਾਂ, ਜਦੋਂ ਵੀ ਆਪਾਂ ਐਸਿਡ ਨੂੰ ਕੀ ਹੈ ਵਾਟਰ ਦੇ ਵਿੱਚ ਮਿਕਸ ਕਰਦੇ ਹਾਂ, ਆਪਾਂ ਨੂੰ ਕੀ ਹੈ ਕੌਂਸਟੈਂਟ ਸਟਰਿੰਗ ਕਰਨੀ ਚਾਹੀਦੀ ਹੈ, ਆਪਾਂ ਨੂੰ ਕੀ ਹੈ ਕੌਂਸਟੈਂਟਲੀ ਉਹਨੂੰ ਕੀ ਹੈ ਹਿਲਾਉਣਾ ਚਾਹੀਦਾ, ਤਾਂ ਕਿ ਉਹਦੇ ਵਿੱਚ ਕੀ ਹੈ ਜ਼ਿਆਦਾ ਹੀਟ ਪ੍ਰੋਡਿਊਸ ਨਾ ਹੋਵੇ। ਠੀਕ ਹੈ, ਜੇ ਆਪਾਂ ਕੀ ਕਰਦੇ ਹਾਂ, if water is added to a concentrated acid, the heat generated may cause the mixture to splash out and cause the burns. The glass container may also break due to excessive local heat. ਆਪਾਂ ਨੂੰ ਕੀ ਹੈ ਹਮੇਸ਼ਾ ਕੀ ਹੈ ਕੰਸਨਟ੍ਰੇਟਡ ਐਸਿਡ ਨੂੰ ਵਾਟਰ ਦੇ ਵਿੱਚ ਪਾਉਣਾ ਚਾਹੀਦਾ ਹੈ। ਜੇ ਆਪਾਂ ਕੀ ਹੈ ਵਾਟਰ ਨੂੰ ਕੰਸਨਟ੍ਰੇਟਡ ਐਸਿਡ ਦੇ ਵਿੱਚ ਪਾਵਾਂਗੇ ਤਾਂ ਹੀਟ ਕੀ ਹੈ ਇੰਨੀ ਜ਼ਿਆਦਾ ਰਿਲੀਜ਼ ਹੋਊਗੀ, ਇੰਨੀ ਜ਼ਿਆਦਾ ਹੀਟ ਜਨਰੇਟ ਹੋਊਗੀ ਕਿ ਆਪਣਾ ਕੀ ਹੈ ਬੀਕਰ ਗਲਾਸ ਕੰਟੇਨਰ ਕੀ ਹੈ ਟੁੱਟ ਜੂਗਾ ਅਤੇ ਆਪਣੀ ਜਿਹੜੀ ਸਕਿਨ ਹੈ ਜਿਹੜੀ ਉਹ ਵੀ ਜਲ ਸਕਦੀ ਹੈ। ਠੀਕ ਹੈ, ਹਮੇਸ਼ਾ ਆਪਾਂ ਨੂੰ ਕੀ ਪਾਉਣਾ ਚਾਹੀਦਾ, ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ, ਹਮੇਸ਼ਾ ਕੰਸਨਟ੍ਰੇਟਡ ਐਸਿਡ ਨੂੰ ਕੀ ਹੈ ਵਾਟਰ ਦੇ ਵਿੱਚ ਪਾਉਣਾ ਚਾਹੀਦਾ, ਵਾਟਰ ਦੇ ਵਿੱਚ ਕੰਸਨਟ੍ਰੇਟਡ ਐਸਿਡ ਨਹੀਂ ਪਾਉਣਾ ਚਾਹੀਦਾ। ਠੀਕ ਹੈ, ਇਹ ਹਮੇਸ਼ਾ ਆਪਾਂ ਇੰਪੋਰਟੈਂਟ ਪੁਆਇੰਟ ਹੈ, ਇਹ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ। ਠੀਕ ਹੈ, ਟਿਊਬਸ ਨੇ ਜਿਨ੍ਹਾਂ ਵਿੱਚੋਂ ਕਿਸੇ ਦੇ ਵਿੱਚੋਂ ਵੀ ਇੱਕ ਦੇ ਵਿੱਚ ਕੀ ਹੈ ਡਿਸਟਿਲਡ ਵਾਟਰ ਹੈ, ਦੂਸਰੀ ਦੇ ਵਿੱਚ ਕੀ ਹੈ ਐਸਿਡਿਕ ਸੋਲਿਊਸ਼ਨ ਹੈ, ਤੀਸਰੀ ਦੇ ਵਿੱਚ ਕੀ ਹੈ ਬੇਸਿਕ ਸੋਲਿਊਸ਼ਨ ਹੈ। ਠੀਕ ਹੈ, ਹੁਣ ਆਪਾਂ ਨੂੰ ਕੋਈ ਨਹੀਂ ਪਤਾ ਕਿਹੜਾ ਨਿਊਟਰਲ ਹੈ, ਕਿਹੜਾ ਐਸਿਡਿਕ ਹੈ, ਕਿਹੜਾ ਬੇਸਿਕ ਆ, ਆਪਣੇ ਕੋਲੇ ਸਿਰਫ ਕੀ ਹੈ ਰੈੱਡ ਲਿਟਮਸ ਪੇਪਰ ਹੈ। ਜੇ ਤਾਂ ਰੈੱਡ ਲਿਟਮਸ ਪੇਪਰ ਕੀ ਹੈ ਬਲੂ ਦੇ ਵਿੱਚ ਟਰਨ ਹੋ ਗਿਆ ਤਾਂ ਆਪਾਂ ਨੂੰ ਪਤਾ ਚੱਲ ਜਾਊਗਾ ਉਹ ਕੀ ਹੈ ਬੇਸ ਹੈ। ਜੋ ਰੈੱਡ ਲਿਟਮਸ ਪੇਪਰ ਕੀ ਹੈ ਬਲੂ ਦੇ ਵਿੱਚ ਟਰਨ ਨਹੀਂ ਹੋਇਆ, ਠੀਕ ਹੈ, ਉਹ ਐਜ਼ ਇਟ ਇਜ਼ ਪਿਆ ਗਾ, ਤਾਂ ਆਪਾਂ ਨੂੰ ਉੱਥੋਂ ਕੀ ਪਤਾ ਲੱਗੂ, ਜਾਂ ਤਾਂ ਉਹ ਕੀ ਹੈ ਐਸਿਡਿਕ ਸੋਲਿਊਸ਼ਨ ਜਾਂ ਉਹ ਕੀ ਹੈ ਨਿਊਟਰਲ ਸੋਲਿਊਸ਼ਨ ਹੈ। ਨਿਊਟਰਲ ਸੋਲਿਊਸ਼ਨ ਕੀ ਹੁੰਦਾ, ਜਿਹਦੇ ਵਿੱਚ ਜਿਹੜਾ ਕਿ ਨਾ ਹੀ ਐਸਿਡ ਹੋਵੇ ਨਾ ਹੀ ਕੀ ਹੈ ਬੇਸਿਕ ਹੋਵੇ। ਹੁਣ ਆਪਾਂ ਟੈਸਟ ਕਰਦੇ ਹਾਂ, ਜਿਵੇਂ ਰੈੱਡ ਲਿਟਮਸ ਪੇਪਰ ਆ, ਆਪਾਂ ਕੀ ਉਹਦੀ ਡ੍ਰੌਪ ਜਿਵੇਂ A ਟੈਸਟ ਟਿਊਬ ਦੇ ਵਿੱਚ ਆਪਾਂ ਡ੍ਰੌਪ ਕੀ ਹੈ ਰੈੱਡ ਲਿਟਮਸ ਪੇਪਰ ਦੇ ਉੱਤੇ ਪਾਈ ਤਾਂ ਆਪਾਂ ਓਬਜ਼ਰਵ ਕੀਤਾ ਉਹਦੇ ਵਿੱਚ ਕੋਈ ਚੇਂਜ ਨਹੀਂ ਆਈ। ਇਟ ਮੀਨਸ ਜਾਂ ਤਾਂ ਉਹ ਕੀ ਹੈ ਐਸਿਡਿਕ ਹੈ ਜਾਂ ਉਹ ਕੀ ਹੈ ਨਿਊਟਰਲ ਹੈ। ਠੀਕ ਹੈ, ਹੁਣ ਆਪਾਂ B ਦੀ ਪਾਈ, B ਦੀ ਆਪਾਂ ਰੈੱਡ ਲਿਟਮਸ ਪੇਪਰ ਦੇ ਉੱਤੇ ਡ੍ਰੌਪ ਪਾਈ ਹੈ ਨਾ, ਅਤੇ ਉਹਦੇ ਵਿੱਚ ਵੀ ਆਪਾਂ ਨੂੰ ਕੀ ਹੋਇਆ ਨੋ ਚੇਂਜ, ਉਹਦੇ ਵਿੱਚ ਵੀ ਕੋਈ ਚੇਂਜ ਨਹੀਂ ਆਈ। ਠੀਕ ਹੈ, ਇੱਥੋਂ ਆਪਾਂ ਨੂੰ ਪਤਾ ਲੱਗੂ ਜਾਂ ਤਾਂ ਉਹ ਐਸਿਡਿਕ ਹੈ ਜਾਂ ਉਹ ਕੀ ਹੈ ਬੇਸ, ਜਾਂ ਤਾਂ ਉਹ ਐਸਿਡਿਕ ਹੈ ਜਾਂ ਉਹ ਕੀ ਹੈ ਨਿਊਟਰਲ ਹੈ। ਜੇ ਆਪਾਂ ਥਰਡ ਲਿਟਮਸ ਪੇਪਰ ਦੇ ਉੱਤੇ ਆਪਾਂ ਕੀ ਹੈ ਡ੍ਰੌਪ ਪਾਈ ਤੀਸਰੀ ਟੈਸਟ ਟਿਊਬ ਦੀ, ਅਤੇ ਉਹ ਕੀ ਹੈ ਰੈੱਡ ਕੀ ਹੈ ਲਿਟਮਸ ਪੇਪਰ ਕਿਹਦੇ ਵਿੱਚ ਚੇਂਜ ਹੋ ਗਿਆ ਬਲੂ ਦੇ ਵਿੱਚ ਚੇਂਜ ਹੋ ਗਿਆ। ਇਟ ਮੀਨਸ ਆਪਾਂ ਨੂੰ ਕੀ ਪਤਾ ਲੱਗ ਗਿਆ ਇਹਦੇ ਵਿੱਚੋਂ ਇੱਕ ਟੈਸਟ ਟਿਊਬ ਦੇ ਵਿੱਚ ਕੀ ਆਪਾਂ ਨੂੰ ਕੀ ਹੈ ਬੇਸ ਦਿੱਤਾ ਹੋਇਆ। ਠੀਕ ਹੈ, ਇੱਕ ਕੀ ਹੈ ਬੇਸਿਕ ਹੈ। ਹੁਣ ਦੋ ਟੈਸਟ ਟਿਊਬਸ ਨੇ, ਦੋ ਟੈਸਟ ਟਿਊਬ ਦੇ ਵਿੱਚ ਆਪਾਂ ਨੂੰ ਕਿਵੇਂ ਪਤਾ ਲੱਗ, ਹੁਣ ਆਪਣੇ ਕੋਲੇ ਦੋ ਟੈਸਟ ਟਿਊਬਸ ਹੈ, ਹੁਣ ਇਹਨਾਂ ਦੇ ਵਿੱਚ ਆਪਾਂ ਨੂੰ ਨਹੀਂ ਪਤਾ ਕਿਹੜਾ ਐਸਿਡਿਕ ਹੈ ਅਤੇ ਕਿਹੜਾ ਕੀ ਹੈ ਬੇਸਿਕ ਹੈ। ਹੁਣ ਆਪਾਂ ਕੀ ਕਰਾਂਗੇ, ਆਪਾਂ ਕੀ ਹੈ ਜਿਹੜਾ ਸੀ ਦਾ ਆਪਾਂ ਨੂੰ ਪਤਾ ਲੱਗ ਗਿਆ ਕਿ ਇਹ ਬੇਸ ਹੈ, ਕਿਉਂਕਿ ਇਹਨੇ ਰੈੱਡ ਲਿਟਮਸ ਨੂੰ ਕੀ ਹੈ ਬਲੂ ਦੇ ਵਿੱਚ ਚੇਂਜ ਕਰਤਾ। ਹੁਣ ਇਹਦੀ ਡ੍ਰੌਪ ਨੂੰ ਆਪਾਂ ਕੀ ਕਰਾਂਗੇ ਦੋਨੋਂ ਟੈਸਟ ਟਿਊਬਸ ਦੇ ਵਿੱਚ ਪਾ ਦਾਂਗੇ। ਠੀਕ ਹੈ, ਇਹਦੇ ਵਿੱਚ ਵੀ ਆਪਾਂ ਕੀ ਹੈ ਸੀ ਟੈਸਟ ਟਿਊਬ ਦੀ ਕੀ ਹੈ ਡ੍ਰੌਪ ਇਹਦੇ ਵਿੱਚ ਵੀ ਪਾਤੀ ਅਤੇ ਇਹਦੇ ਵਿੱਚ ਵੀ ਪਾਤੀ। ਠੀਕ ਹੈ, ਹੁਣ ਜਦੋਂ ਕੀ ਹੈ ਬੇਸ ਨੂੰ ਆਪਾਂ ਕੀ ਐਸਿਡ ਦੇ ਨਾਲ ਰਿਐਕਟ ਕਰਾਂਗੇ, ਇਹ ਕੀ ਨਿਊਟਰਲਾਈਜ਼ ਹੋ ਜੂਗੀ। ਠੀਕ ਹੈ, ਅਤੇ ਇਹ ਨਿਊਟਰਲਾਈਜ਼ ਹੋਊਗੀ ਜਦੋਂ ਇਹਦਾ ਡ੍ਰੌਪ ਆਪਾਂ ਲਿਟਮਸ ਪੇਪਰ ਦੇ ਉੱਤੇ ਦੁਬਾਰਾ ਚੈੱਕ ਕਰਾਂਗੇ ਤਾਂ ਇਹਦੇ ਵਿੱਚ ਕੀ ਹੈ ਕੋਈ ਚੇਂਜ ਨਹੀਂ ਆਊਗੀ। ਤਾਂ ਇਟ ਮੀਨਸ ਆਪਾਂ ਨੂੰ ਇੱਥੇ ਪਤਾ ਲੱਗ ਗਿਆ ਇਹ ਕੀ ਹੈ ਐਸਿਡਿਕ ਇਨ ਨੇਚਰ ਹੈ। ਠੀਕ ਹੈ, ਐਸਿਡਿਕ ਹੈ। ਠੀਕ ਹੈ, B ਦੇ ਵਿੱਚ ਸੋਲਿਊਸ਼ਨ ਕੀ ਹੈ ਐਸਿਡਿਕ ਆ। ਅਤੇ ਆਪਾਂ ਕੀ ਹੈ ਜਦੋਂ A ਦੇ ਵਿੱਚ ਪਾਵਾਂਗੇ, A ਦਾ ਪਹਿਲਾ ਡਿਸਟਿਲਡ ਵਾਟਰ ਹੈ, ਵਾਟਰ ਦੇ ਵਿੱਚ ਆਪਾਂ ਐਸਿਡ ਨੂੰ ਮਿਲਾਵਾਂਗੇ ਤਾਂ ਸੋਲਿਊਸ਼ਨ ਕੀ ਹੈ ਐਸਿਡਿਕ ਹੋ ਜਾਊਗਾ। ਜਦੋਂ ਆਪਾਂ ਇਸ ਦੀ ਡ੍ਰੌਪ ਕੀ ਹੈ ਲਿਟਮਸ ਪੇਪਰ ਦੇ ਉੱਤੇ ਪਾਵਾਂਗੇ, ਸੌਰੀ ਇਹਦੇ ਵਿੱਚ ਕੀ ਆਪਾਂ ਬੇਸਿਕ ਸੋਲਿਊਸ਼ਨ ਪਾਇਆ ਡਿਸਟਿਲਡ ਵਾਟਰ ਦੇ ਵਿੱਚ, ਸੋਲਿਊਸ਼ਨ ਕੀ ਹੋ ਗਿਆ ਬੇਸਿਕ ਹੋ ਗਿਆ। ਜਦੋਂ ਇਹਨੂੰ ਆਪਾਂ ਕੀ ਹੈ ਰੈੱਡ ਲਿਟਮਸ ਪੇਪਰ ਦੇ ਉੱਤੇ ਪਾਵਾਂਗੇ ਤਾਂ ਰੈੱਡ ਕੀ ਹੈ ਬਲੂ ਦੇ ਵਿੱਚ ਚੇਂਜ ਹੋਊਗਾ। ਤਾਂ ਇਟ ਮੀਨਸ ਆਪਾਂ ਨੂੰ ਇੱਥੇ ਕੀ ਪਤਾ ਲੱਗ ਜਾਊਗਾ ਇਹ ਕੀ ਹੈ ਡਿਸਟਿਲਡ ਵਾਟਰ ਹੈ, ਇਹ ਕੀ ਨਿਊਟਰਲ ਸੋਲਿਊਸ਼ਨ ਹੈ। ਠੀਕ ਹੈ, ਨੈਕਸਟ ਆਪਾਂ ਕਰਾਂਗੇ ਨੈਕਸਟ ਕੁਐਸਚਨ, ਵਾਈ ਸ਼ੁੱਡ ਕਰਡ ਐਂਡ ਸ਼ੋਰ ਸਬਸਟਾਂਸਿਸ ਨੋਟ ਬੀ ਕੈਪਟ ਇਨ ਦੀ ਬ੍ਰਾਸ ਐਂਡ ਦੀ ਕਾਪਰ। ਇਹ ਕਹਿੰਦੇ ਆਪਾਂ ਦਹੀਂ ਨੂੰ ਅਤੇ ਜਿਹੜੇ ਵੀ ਖੱਟੇ ਸਬਸਟਾਂਸਿਸ ਹੁੰਦੇ ਨੇ, ਜਿਹੜੇ ਵੀ ਸੈਂਪਲ ਹੁੰਦੇ ਆ, ਉਹਨਾਂ ਨੂੰ ਆਪਾਂ ਕੀ ਹੈ ਬ੍ਰਾਸ ਜਾਂ ਕਾਪਰ ਵੈਸਲ ਦੇ ਵਿੱਚ ਕਿਉਂ ਨਹੀਂ ਰੱਖ ਸਕਦੇ। ਆਪਾਂ ਨੂੰ ਪਤਾ ਹੈ ਬ੍ਰਾਸ ਅਤੇ ਕਾਪਰ ਕੀ ਹੈ ਮੈਟਲ ਹੈ। ਠੀਕ ਹੈ, ਇਹ ਕੀ ਨੇ ਮੈਟਲ ਹੈ। ਕਰਡ ਕੀ ਹੈ ਮਤਲਬ ਕੀ ਹੈ ਕਰਡ ਅਤੇ ਕੀ ਹੈ ਸ਼ੋਰ ਸਬਸਟਾਂਸਿਸ ਕੀ ਨੇ ਐਸਿਡਿਕ ਨੇ, ਐਸਿਡਿਕ ਨਹੀਂ। ਠੀਕ ਹੈ, ਐਸਿਡ ਨੂੰ ਜਦੋਂ ਵੀ ਆਪਾਂ ਕੀ ਮੈਟਲ ਦੇ ਨਾਲ ਰਿਐਕਟ ਕਰਵਾਵਾਂਗੇ ਤਾਂ ਉਹ ਆਪਾਂ ਨੂੰ ਕੀ ਦਿੰਦਾ ਹੈ, ਜਦੋਂ ਵੀ ਆਪਾਂ ਕੀ ਐਸਿਡ ਨੂੰ ਮੈਟਲ ਦੇ ਨਾਲ ਰਿਐਕਟ ਕਰਦੇ ਹਾਂ ਤਾਂ ਆਪਾਂ ਨੂੰ ਕੀ ਮਿਲਦਾ ਉੱਥੇ, ਆਪਾਂ ਨੂੰ ਸੋਲਟ ਪਲੱਸ ਕੀ ਹੈ
ਹਾਈਡਰੋਜਨ ਗੈਸ ਮਿਲਦੀ ਹੈ। ਤੇ ਹਾਈਡਰੋਜਨ ਗੈਸ ਜਿਹੜੀ ਕੀ ਹੈ ਬਹੁਤ ਹਾਰਮਫੁਲ ਗੈਸ ਹੈ। ਇਹ ਆਪਣੇ ਫੂਡ ਨੂੰ ਕੀ ਕਰ ਦਿੰਦੀ ਹੈ, ਸਪੋਇਲ ਕਰ ਦਿੰਦੀ ਹੈ, ਉਹਨੂੰ ਕੀ ਪੋਇਜ਼ਨਸ ਬਣਾ ਦਿੰਦੀ ਹੈ, ਜਿਹੜਾ ਕਿ ਆਪਣੇ ਹੈਲਥ ਲਈ ਚੰਗਾ ਨਹੀਂ ਹੈਗਾ। ਫੂਡ ਕੀ ਐਸਿਡਿਕ ਹੋ ਜਾਂਦਾ। ਠੀਕ ਹੈ, ਨੈਕਸਟ ਆਪਾਂ ਕਰਾਂਗੇ which gas is usually liberated when an acid react with the metal, illustrate with an example, how will you test for the presence of gas। ਇਹ ਕਹਿੰਦੇ ਕਿ ਕਿਹੜੀ ਗੈਸ ਰਿਲੀਜ਼ ਹੁੰਦੀ ਹੈ, ਕਿਹੜੀ ਗੈਸ ਰਿਲੀਜ਼ ਹੁੰਦੀ ਹੈ ਜਦੋਂ ਆਪਾਂ ਐਸਿਡ ਨੂੰ ਕੀ ਹੈ ਮੈਟਲ ਦੇ ਨਾਲ ਰਿਐਕਟ ਕਰਦੇ ਹਾਂ। ਠੀਕ ਹੈ, ਹੁਣ ਆਪਾਂ ਦੇਖਿਆ ਸੀ ਜਦੋਂ ਵੀ ਆਪਾਂ ਐਸਿਡ ਨੂੰ ਕੀ ਆ ਮੈਟਲ ਦੇ ਨਾਲ ਰਿਐਕਟ ਕਰਦੇ ਹਾਂ ਤੇ ਆਪਾਂ ਨੂੰ ਕੀ ਮਿਲਦਾ, ਸੋਲਟ प्लस की हाइड्रोजन गैस है। तो आप टैसट ऑफ हाइड्रोजन गैस की वीडियो के डिस्कस किया सी। आप की कहा सी आप उन्होंने की करांगे किहड़े सल्यूशन दे विच पावांगे, उन्होंने सल्यूशन सोपी सल्यूशन दे विच पा के देखांगे। जे उहदे विच की आप बबल्स आएंगे तो आप की कैंडल नूं नेड़े लेके आवांगे तो बबल्स की बर्स्ट आउट हो जाएंगे तो उत्थे आपां नूं पता लग जाऊगा वो की है हाइड्रोजन गैस है। ठीक है, नेक्स्ट क्वेश्चन है metal compound A react with the dilute hydrochloric acid to produce the effervescence. The gas evolved with extinguishes burning candle. Write a balanced chemical equation for the reaction if one of the compound formed is calcium chloride। ये कहते अपने को कोई की है मैटल है A है वो रिएक्ट करता कि है डाइल्यूट HCl नाल रिएक्ट करता तो वो आपां नूं की दिंदा एफरवेसेंस का मतलब की है उहदे विच की बुदबुदाहट होंदी है। जदों भी उहदे विच की बुलबुले उठते हैं आपां नूं पता वो किहड़ी गैस होंदी है, वो की कार्बन डाइऑक्साइड गैस होंदी है। मतलब वो एक आपां नूं की है कार्बन डाइऑक्साइड दिंदा। ठीक है, तो दूसरा की है राइट अ बैलेंस कैमिकल इक्वेशन। दूसरा वो आपां नूं की है एक की है किहड़ा प्रोडक्ट दिंदा, कैल्शियम क्लोराइड दिंदा। ठीक है, हुण आपां नूं पता है इह कि आपां नूं कैल्शियम क्लोराइड दिता तो इट मीनस ए कि इत्थे की है कैल्शियम कार्बोनेट, मतलब इत्थे की है ए जिहड़ा होगा उहदे विच कुछ ना कुछ की है कैल्शियम होगा ते नाल ओह आपां नूं की होगा कैल्शियम क्लोराइड कार्बोनेट नूं जदों भी आपां HCl नाल रिएक्ट करदे हां ते ओह आपां नूं की दिंदा कैल्शियम क्लोराइड प्लस की है कार्बन डाइऑक्साइड दिंदा। ठीक है, इत्थों आपां नूं पता लग गया ए अपना की है कैल्शियम कार्बोनेट है। ठीक है, नेक्स्ट अपना की है वाई डू HCl HNO3 एटसेट्रा show acidic character in aqueous solution while solution of compound like alcohol and glucose do not show the acidic character। ਇਹਦੇ ਵਿੱਚ ਆਪਾਂ ਨੂੰ ਕੀ ਕਹਿੰਦੇ HCl ਤੇ HNO3 ਹੈ ਜਿਹੜਾ ਉਹ ਐਸਿਡਿਕ ਕਰੈਕਟਰ ਕਿਉਂ ਸ਼ੋ ਕਰਦੇ ਆ ਜਦੋਂ ਆਪਾਂ ਨੂੰ ਕੀ ਹੈ ਐਕੁਅਸ ਸੋਲੂਸ਼ਨ ਦੇ ਵਿੱਚ ਪਾਉਣੇ ਆ। ਠੀਕ ਹੈ, ਵਾਈਲ ਕੀ ਇਹ ਕਹਿੰਦੇ ਜਿਹੜੇ ਗਲੂਕੋਜ਼ ਤੇ ਅਲਕੋਹਲ ਆ ਉਹ ਐਸਿਡਿਕ ਕਰੈਕਟਰ ਕਿਉਂ ਨਹੀਂ ਸ਼ੋ ਕਰਦੇ ਜਦੋਂ ਉਹਨੂੰ ਆਪਾਂ ਕੀ ਹੈ ਐਕੁਅਸ ਸੋਲੂਸ਼ਨ ਦੇ ਵਿੱਚ ਪਾਉਣੇ ਆ। ਠੀਕ ਹੈ, HCl ਤੇ ਕੀ HNO3 ਕੀ ਹੈ ਜਦੋਂ ਆਪਾਂ ਇਹਨੂੰ ਕੀ ਹੈ HCl ਨੂੰ ਕੀ ਹੈ ਐਕੁਅਸ ਸੋਲੂਸ਼ਨ ਦੇ ਵਿੱਚ ਪਾਉਣੇ ਆ मतलब कि ਵਾਟਰ ਦੇ ਵਿੱਚ ਪਾਉਣੇ ਆ ਤੇ ਇਹ ਕੀ ਆਇਨਸ ਦੇ ਵਿੱਚ ਸਪਲਿਟ ਹੋ ਜਾਂਦਾ। ਠੀਕ ਹੈ, ਐਵੇਂ ਕੀ ਹੈ HNO3 ਨੂੰ ਜਦੋਂ ਆਪਾਂ ਕੀ ਹੈ ਵਾਟਰ ਦੇ ਵਿੱਚ ਪਾਉਣੇ ਆ ਇਹ ਵੀ ਸਪਲਿਟ ਹੋ ਜਾਂਦਾ H+ ਤੇ ਕੀ ਹੈ NO3- ਆਇਨ ਦੇ ਵਿੱਚ। ਇਹ ਆਪਾਂ ਨੂੰ ਕੀ ਹੈ H+ ਆਇਨ ਦੇ ਰਿਹਾ ਜਿਹੜਾ ਵੀ ਆਪਾਂ ਨੂੰ ਸਬਸਟੈਂਸ H+ ਆਇਨ ਹੁੰਦਾ ਉਹ ਕੀ ਹੁੰਦਾ ਐਸਿਡ ਹੁੰਦਾ। ਠੀਕ ਹੈ, ਹੁਣ ਆਪਾਂ ਜਦੋਂ ਕੀ ਹੈ ਗਲੂਕੋਜ਼ ਤੇ ਅਲਕੋਹਲ ਨੂੰ ਇੱਕ ਸੋਲੂਸ਼ਨ ਦੇ ਵਿੱਚ ਪਾਵਾਂਗੇ ਇਹ ਆਇਨਸ ਦੇ ਵਿੱਚ ਨਹੀਂ ਸਪਲਿਟ ਆਊਟ ਹੋਊਗਾ ਤਾਂ ਇਹ ਆਪਾਂ ਨੂੰ ਜਦੋਂ ਆਪਾਂ ਨੂੰ H+ ਆਇਨ ਨਹੀਂ ਮਿਲਿਆ ਤਾਂ ਇਟ ਮੀਨਸ ਉਹ ਕੀ ਹੈ ਐਸਿਡ ਨਹੀਂ ਹੋਊਗਾ, ਉਹ ਆਪਾਂ ਨੂੰ ਐਸਿਡਿਕ ਕਰੈਕਟਰ ਨਹੀਂ ਸ਼ੋ ਕਰੂਗਾ। ਇਹ ਆਪਾਂ ਨੂੰ ਐਸਿਡਿਕ ਕਰੈਕਟਰ ਸ਼ੋ ਕਰਨਗੇ ਕਿਉਂਕਿ ਆਪਾਂ ਨੂੰ H+ ਆਇਨ ਦਿੰਦੇ ਆ। ਠੀਕ ਹੈ, ਨੈਕਸਟ क्वेश्चन है अपना वाई डज एन एक्वस सॉल्यूशन ऑफ एसिड कंडक्ट इलैक्ट्रिसिटी। कहते एक्वस सॉल्यूशन एसिड है मतलब कि एसिड का जो एक्वस सॉल्यूशन है वो इलैक्ट्रिसिटी क्यों कंडक्ट करता है। ये आप हुणे देख के हटे जो भी आप की एसिड नूं जिवें HCl लिता आप की एक्वस सॉल्यूशन दे विच पावांगे वो की आइनस दे विच की सपलिट आउट हो जाऊगा। ठीक है, आइनस दे विच जदों कि टुट जाऊगा ये आइनस की ਜਿਹੜੇ ਆਪਾਂ ਨੂੰ ਪਤਾ ਆਇਨਸ ਕੀ ਹੈ ਕੰਡਕਟ ਕਰਦੇ ਇਲੈਕਟ੍ਰਿਸਿਟੀ। ਜਦੋਂ ਇਹ ਆਇਨਸ ਦੇ ਵਿੱਚ ਟੁੱਟ ਜਾਊਗਾ ਤੇ ਆਇਨਸ ਕੀ ਕਰਨਗੇ ਇਲੈਕਟ੍ਰਿਸਿਟੀ ਨੂੰ ਕੰਡਕਟ ਕਰਨਗੇ। ਆਇਨਸ ਆਰ ਰਿਸਪੌਂਸਿਬਲ ਫॉर ਦੀ कंडक्शन ऑफ द इलैक्ट्रिसिटी। ठीक है, ਅੱਗੇ ਕੀ ਹੈ ਵਾਈਲ ਡਿਲੂਟਿੰਗ ਐਨ ਐਸਿਡ ਵਾਈ ਇਟ ਇਜ਼ ਰਿਕਮੈਂਡਡ दैट द ਐਸਿਡ ਸ਼ੁੱਡ ਬੀ ਐਡਡ ਟੂ ਵਾਟਰ ਐਂਡ ਨॉट टू द ਐਸਿਡ। ਜਦੋਂ ਵੀ ਆਪਾਂ ਕੀ ਕਹਿੰਦੇ ਆਪਾਂ ਕੀ ਕਰਦੇ ਹਾਂ मतलब ਐਸਿਡ ਨੂੰ ਕੀ ਹੈ ਡਾਇਲੂਟ ਕਰਾਂਗੇ ਹੈ ਨਾ ਆਪਾਂ ਕਰਦੇ ਹਾਂ ਤੇ ਉਹਦੇ ਵਿੱਚ ਆਪਾਂ ਨੂੰ ਕਹਿੰਦੇ ਕਿਉਂ ਆਪਾਂ ਨੂੰ ਇਹ ਕਿਹਾ ਜਾਂਦਾ ਐਸਿਡ ਸ਼ੁੱਡ ਬੀ ਐਡਡ ਟੂ ਵਾਟਰ ਐਂਡ ਨॉट ਵਾਟਰ ਟੂ ਦੀ ਐਸਿਡ।
ਆਪਾਂ ਨੂੰ ਇਹ ਕਾਹਤੋਂ ਦੱਸਿਆ ਜਾਂਦਾ ਹੈ ਕਿ ਐਸਿਡ ਨੂੰ ਆਪਾਂ ਕੀ ਵਾਟਰ ਦੇ ਵਿੱਚ ਪਾਵਾਂਗੇ, ਆਪਾਂ ਕਦੇ ਵੀ ਵਾਟਰ ਨੂੰ ਐਸਿਡ ਦੇ ਵਿੱਚ ਨਹੀਂ ਪਾਉਣਾ। ਇਹ ਆਪਾਂ ਵੀਡੀਓ ਦੇ ਵਿੱਚ ਡਿਸਕਸ ਕੀਤਾ। ਕਿਉਂਕਿ ਜਦੋਂ ਆਪਾਂ ਕੀ ਵਾਟਰ ਨੂੰ ਐਸਿਡ ਦੇ ਵਿੱਚ ਪਾਵਾਂਗੇ ਕਿ ਐਕਸੋਥਰਮਿਕ ਰਿਐਕਸ਼ਨ ਹੁੰਦੀ ਹੈ, ਇਹਦੇ ਵਿੱਚ ਬਹੁਤ ਜ਼ਿਆਦਾ ਹੀਟ ਰਿਲੀਜ਼ ਹੁੰਦੀ ਹੈ। ਉਹ ਹੀਟ ਇੰਨੀ ਜ਼ਿਆਦਾ ਹੁੰਦੀ ਕਿ ਉਹ ਆਪਣੇ ਗਲਾਸ ਨੂੰ ਕੀ ਤੋੜ ਦਿੰਦੀ ਹੈ, ਸਪਲੈਸ਼ ਆਊਟ ਹੋ ਜਾਂਦੀ ਹੈ, ਅਤੇ ਉਹਦੇ ਨਾਲ ਆਪਣੀ ਸਕਿਨ ਬਰਨ ਵੀ ਹੋ ਸਕਦੀ ਹੈ। ਇਸ ਲਈ ਹਮੇਸ਼ਾ ਆਪਾਂ ਨੂੰ ਕੀ ਕਿਹਾ ਜਾਂਦਾ ਹੈ, ਐਸਿਡ ਨੂੰ ਵਾਟਰ ਦੇ ਵਿੱਚ ਪਾਉਣਾ ਚਾਹੀਦਾ ਅਤੇ ਕੌਨਸਟੈਂਟ ਸਟਰਿੰਗ ਕਰਨੀ ਚਾਹੀਦੀ ਹੈ ਤਾਂ ਕਿ ਉਹਦੇ ਵਿੱਚ ਹੀਟ ਜ਼ਿਆਦਾ ਇਵੋਲਵ ਨਾ ਹੋਵੇ। ਠੀਕ ਹੈ। ਨੈਕਸਟ ਹੈਗਾ, ਹਾਊ ਇਜ਼ ਦੀ ਕੰਸਨਟ੍ਰੇਸ਼ਨ ਆਫ OH ਮਾਈਨਸ ਇਫੈਕਟ ਵੈਨ ਦੀ ਐਕਸੈਸ ਬੇਸ ਇਜ਼ ਡਿਜ਼ੋਲਵਡ ਇਨ ਅ ਸੋਲਿਊਸ਼ਨ ਆਫ ਸੋਡੀਅਮ ਹਾਈਡਰੋਕਸਾਈਡ। ਆਪਾਂ ਨੂੰ ਪਤਾ ਹੈ ਬੇਸ ਹਮੇਸ਼ਾ ਆਪਾਂ ਨੂੰ ਕੀ ਦਿੰਦੇ ਆ, OH ਮਾਈਨਸ ਆਇਨ ਦਿੰਦੇ ਆ। ਠੀਕ ਹੈ। ਜਦੋਂ ਵੀ ਆਪਾਂ ਕੀ ਕਹਿੰਦੇ ਬੇਸ ਨੂੰ ਕੀ ਆ, ਸੋਡੀਅਮ ਹਾਈਡਰੋਕਸਾਈਡ ਵੀ ਆਪਾਂ ਨੂੰ ਪਤਾ ਬੇਸ ਆ। ਹੁਣ ਬੇਸ ਨੂੰ ਆਪਾਂ ਕੀ ਸੋਡੀਅਮ ਹਾਈਡਰੋਕਸਾਈਡ ਦੇ ਵਿੱਚ ਪਾਵਾਂਗੇ, ਬੇਸ ਨੂੰ ਬੇਸ ਦੇ ਵਿੱਚ ਪਾਵਾਂਗੇ ਤਾਂ ਆਪਾਂ ਨੂੰ ਪਤਾ ਹੈ ਕਿ ਕੰਸਨਟ੍ਰੇਸ਼ਨ ਆਫ OH ਮਾਈਨਸ ਕੀ ਹੋ ਜੂਗੀ, ਇਨਕਰੀਜ਼ ਹੋ ਜੂਗੀ। ਇਸ ਕੁਐਸਚਨ ਦੇ ਵਿੱਚ ਇਹੀ ਹੈ ਕਿ ਕੰਸਨਟ੍ਰੇਸ਼ਨ ਆਫ OH ਮਾਈਨਸ ਆਇਨਸ ਦੀ ਕੀ ਹੋ ਜੂਗੀ, ਇਨਕਰੀਜ਼ ਹੋ ਜੂਗੀ ਜਦੋਂ ਆਪਾਂ ਕੀ ਹੈ ਬੇਸ ਨੂੰ ਕੀ ਆ ਸੋਡੀਅਮ ਹਾਈਡਰੋਕਸਾਈਡ ਦੇ ਵਿੱਚ ਪਾਵਾਂਗੇ। ਠੀਕ ਹੈ।